ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਵਾਰ ਦੇ ਸਲੋਕ ਦੇ 24ਵੇਂ ਸ਼ਬਦ ਦੀ ਵਾਰੀ ਹੈ ਜੀ। ਸਲੋਕ ਮਹੱਲਾ ਪਹਿਲਾ। ਖੱਤੀਏ ਜੰਮੇ ਖੱਤੇ ਕਰਨ, ਤੇ ਖੱਤਿਆਂ ਵਿੱਚ ਪਾ। ਤੋਤੇ ਮੂਲ ਨ ਉਤਰੇ, ਜੇ ਸੋ ਧੋਵਣ ਪਾਏ। ਨਾਨਕ ਬਖਸ਼ੇ ਬਖਸ਼ੀਏ, ਨਾਇਤ ਪਾਹੀ ਪਾ। ਮਹੱਲਾ ਪਹਿਲਾ। ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਏ ਸੁੱਖ। ਸੁੱਖ ਦੁੱਖ ਦੋਏ ਕਰ ਕੱਪੜੇ, ਪਰ ਹਰ ਜਾਏ ਮਨੁੱਖ। ਜਿੱਥੇ ਬੋਲਣ ਹਾਰੀਏ, ਤਿੱਥੇ ਚੰਗੀ ਚੁੱਪ ਪਾੜੀ। ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪਰਖ ਅਲਖ ਸਿਰਜ ਨਿਹਾਲਿਆ। ਉਜੜ ਭੁੱਲੇ ਰਾਹ ਗੁਰ ਵਿਖਾਲਿਆ, ਸਤਿਗੁਰ ਸੱਚੇ ਵਾ ਸੱਚ ਸੰਭਾਲਿਆ। ਪਾਇਆ ਰਤਨ ਘਰਾ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ। ਨੀਡਰਿਆਂ ਡਰ ਲੱਗ ਗਰਭ ਸੋਗਾਲਿਆ, ਨਾਵੋ ਭੁੱਲਾਂ ਜਗ ਫਿਰੇ ਬਿਤਾਲਿਆ। ਨਿਡਰਿਆ ਡਰ ਲੱਗ ਗਰਭ ਸੋਗਾਲਿਆ, ਨਾਵੋ ਭੁੱਲਾਂ ਜਗ ਫਿਰ ਬੇਤਾਲਿਆ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਪਾਪਾਂ ਕਰਕੇ ਹੀ ਜੀਵ ਜਨਮ ਲੈਂਦੇ ਹਨ ਅਤੇ ਜਨਮ ਲੈ ਕੇ ਫਿਰ ਪਾਪਾਂ ਦੇ ਕਰਮਾਂ ਵਿੱਚ ਪੈ ਜਾਂਦੇ ਹਨ, ਤਾਂ ਇਸ ਕਰਕੇ ਮੁੜ ਪਾਪਾਂ ਵਿੱਚ ਹੀ ਪੈਂਦੇ ਹਨ ਅਤੇ ਪ੍ਰਵਿਰਤ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜੇ 100 ਵਾਰੀ ਵੀ ਪਾਪਾਂ ਨੂੰ ਪੈ ਧੋਈਏ ਤਾਂ ਵੀ ਧੋਣ ਨਾਲ ਉਹ ਬਿਲਕੁਲ ਨਹੀਂ ਉਤਰਦੇ, ਧੋਤੇ ਜਾਂਦੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਪਰਮੇਸ਼ਰ ਆਪ ਬਖਸ਼ ਦੇਵੇ ਤਾਂ ਹੀ ਪਾਪ ਬਖਸ਼ੇ ਜਾ ਸਕਦੇ ਹਨ, ਤਾਂ ਹੀ ਪਾਪ ਧੋਤੇ ਜਾ ਸਕਦੇ ਹਨ ਜੀ। ਜੇ ਨਾ ਬਖਸ਼ੇ ਤਾਂ ਇਸ ਸ਼ਬਦ ਵਿੱਚ ਲਫ਼ਜ਼ ਆਇਆ ਹੈ ਪਾਹੀ। ਪਾਹੀ ਦਾ ਮਤਲਬ ਜੁੱਤੀਆਂ, ਅਤੇ ਉਹ ਕਹਿੰਦੇ ਨੇ ਜੇ ਨਾ ਬਖਸ਼ੇ ਤਾਂ ਜੁੱਤੀਆਂ ਹੀ ਪੈਂਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਦੁੱਖਾਂ ਨੂੰ ਛੱਡ ਕੇ ਜੋ ਸੁੱਖ ਮੰਗੇ ਜਾਂਦੇ ਹਨ ਅਤੇ ਸੁੱਖ ਨਾ ਮਿਲਣ 'ਤੇ ਜੋ ਵਾਧੂ ਬੋਲਣਾ ਹੈ ਉਹ ਚਖਣ ਝਾਕ ਹੈ ਜੀ। ਕਿਉਂਕਿ ਸੁੱਖ ਅਤੇ ਦੁੱਖ ਦੋਵੇਂ ਹੀ ਪਰਮੇਸ਼ਰ ਦੇ ਦਰ ਤੋਂ ਕੱਪੜੇ ਦੀ ਨਿਆਏ ਮਿਲਦੇ ਹਨ ਜੀ, ਜਿਨ੍ਹਾਂ ਨੂੰ ਮਨੁੱਖ ਪਾਉਂਦੇ ਹਨ ਜੀ। ਜਿਸ ਥਾਂ 'ਤੇ ਬੋਲਣ ਨਾਲ ਹਾਰ ਹੁੰਦੀ ਹੋਵੇ, ਉੱਥੇ ਬੋਲਣ ਨਾਲੋਂ ਚੁੱਪ ਧਾਰਨ ਕਰਨੀ ਹੀ ਚੰਗੀ ਗੱਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਮਨੁੱਖ ਨੇ ਚਾਰੇ ਪਾਸੇ ਵੇਖ ਕੇ ਆਪਣਾ ਅੰਦਰਲਾ ਭਾਵ ਹਿਰਦਾ ਖੋਜਿਆ ਹੈ, ਉਸਨੂੰ ਇਹ ਪ੍ਰਗਟ ਹੋ ਗਿਆ ਹੈ ਕਿ ਸੱਚੇ ਪੁਰਖ ਨੇ ਉਸਦੀ ਲਖਤਾ ਤੋਂ ਰਹਿਤ ਪਰਮੇਸ਼ਰ ਨੇ ਸਾਰਾ ਸੰਸਾਰ ਬਣਾ ਕੇ ਆਪ ਹੀ ਉਸਨੂੰ ਸੰਭਾਲਣ ਹਿਤ ਵੇਖਿਆ ਹੈ ਜੀ। ਜੋ ਔਕੜ ਵਿੱਚ ਪੈ ਕੇ ਰਾਹ ਭੁੱਲੇ ਹੋਏ ਹਨ, ਫਿਰ ਗੁਰੂ ਜੀ ਨੇ ਦੱਸਦੇ ਹਨ ਕਿ ਉਹਨਾਂ ਨੂੰ ਸੱਚ ਧਰਮ ਦਾ ਰਸਤਾ ਗੁਰਸ਼ਬਦ ਗੁਰਬਾਣੀ ਤੋਂ ਮਿਲਿਆ ਹੈ ਜੀ। ਸੱਚੇ ਸਤਿਗੁਰੂ ਨੂੰ ਵਾਹ ਕੇ, ਭਾਵ ਇਹ ਉਸਦੀ ਵਡਿਆਈ ਹੈ ਕਿ ਜਿਸ ਦੀ ਕਿਰਪਾ ਨਾਲ ਅਸਾਂ ਉਸ ਗੁਰਸ਼ਬਦ ਗੁਰਬਾਣੀ ਸੱਚ ਨੂੰ ਸਿਮਰਿਆ ਹੈ। ਗੁਰਬਾਣੀ ਨੇ ਗਿਆਨ ਰੂਪ ਦੀਵਾ ਬਾਲ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦੇ ਫਲ ਸਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਰਤਨ ਹਿਰਦੇ 'ਚੋਂ ਹੀ ਪ੍ਰਾਪਤ ਕਰ ਲਿਆ ਹੈ ਜੀ। ਜਿਹੜੇ ਸੱਚੇ ਗੁਰਮੁਖ ਗੁਰਸ਼ਬਦ ਗੁਰਬਾਣੀ ਦੁਆਰਾ ਪਰਮਾਤਮਾ ਨੂੰ ਸਲਾਹੁੰਦੇ ਅਤੇ
ਗੁਰਮਤ ਦਾ ਰਸਤਾ ਧਾਰਨ ਕਰਦੇ ਹਨ, ਉਹ ਸੱਚ ਵਾਲੇ ਸੁਖੀ ਹੋ ਗਏ ਹਨ ਜੀ। ਪਰ ਨਾ ਡਰਨ ਵਾਲਿਆਂ ਨੂੰ ਹੋਰ ਡਰ ਲੱਗਦਾ ਹੈ ਜੀ, ਅਤੇ ਉਹ ਅਹੰਕਾਰ ਵਿੱਚ ਲੱਗ ਗਏ ਹਨ ਜੀ। ਨਾਮ ਤੋਂ ਭੁੱਲਿਆ ਹੋਇਆ ਸੰਸਾਰ ਭੂਤਨਿਆਂ ਵਾਂਗਰ ਇੱਧਰ ਉੱਧਰ ਫਿਰ ਰਿਹਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਖੱਤੀਏ ਜੰਮੇ ਖੱਤੇ ਕਰਨ ਤਾਂ ਖੱਤਿਆਂ ਵਿੱਚ ਪਾਏ, ਖੱਤੀਏ ਜੰਮੇ ਖੱਤੇ ਕਰ ਨਿਤ ਖੱਤਿਆਂ ਵਿੱਚ ਪਾਏ। ਅਰਬੀ ਖਤਾ ਭੁੱਲ, ਖਤਾ ਤੋਂ ਪਾਪਾਂ ਕਰਕੇ ਜਨਮ ਵਿੱਚ ਆਏ, ਅਤੇ ਇੱਥੇ ਵੀ ਪਾਪ ਕਰਦੇ ਹਾਂ ਅਤੇ ਅੱਗੋਂ ਵੀ ਪਈ ਕਿਰਤ ਅਨੁਸਾਰ ਪਾਪਾਂ ਵਿੱਚ ਹੀ ਸਿੱਟੇ ਜਾਵਾਂਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੀਵ ਭੁੱਲਾਂ ਕਰਦੇ ਹਨ, ਜਿਸ ਕਾਰਨ ਭੁੱਲਾਂ ਦੀ ਘੁੰਮਣ ਘੇਰੀ ਵਿੱਚ ਹੀ ਫਸੇ ਰਹਿੰਦੇ ਹਨ ਜੀ। ਇਹਨਾਂ ਭੁੱਲਾਂ ਕਾਰਨ ਹੀ ਮਨੁੱਖੀ ਮੱਤ ਨੂੰ ਪਾਪਾਂ ਦੀ ਮੈਲ ਲੱਗਦੀ ਹੈ ਜੀ। ਭਾਵ ਉਹ ਵਿਕਾਰਾਂ ਵਿੱਚ ਫਸ ਜਾਂਦਾ ਹੈ ਜੀ, ਜਿਸ ਦਾ ਬਾਹਰਲਾ ਇਸ਼ਨਾਨ ਜਾਂ ਕਿਸੇ ਹੋਰ ਕਰਮ ਦੇ ਬਲ ਨਾਲ ਉਤਰਨਾ ਸੰਭਵ ਨਹੀਂ ਹੈ ਜੀ। ਹਾਂ, ਜੇ ਵਾਹਿਗੁਰੂ ਆਪ ਭੁੱਲਾਂ ਮਾਫ਼ ਕਰ ਦੇਣ ਤਾਂ ਉਹ ਬਖਸ਼ੀਆਂ ਜਾ ਸਕਦੀਆਂ ਹਨ ਜੀ, ਵਰਨਾ ਭੁੱਲਾਂ ਦੀ ਸਜ਼ਾ ਭੁਗਤਣੀ ਹੀ ਪੈਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦੁੱਖ ਅਤੇ ਸੁੱਖ ਦੋਵੇਂ ਹੀ ਮਨੁੱਖ ਨੂੰ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇੱਕ ਪ੍ਰਕਾਰ ਦੇ ਕੱਪੜੇ ਹੀ ਪਾਉਣ ਲਈ ਮਿਲੇ ਹੋਏ ਹਨ ਜੀ। ਇਸ ਲਈ ਦੁੱਖਾਂ ਤੋਂ ਤੰਗ ਆ ਕੇ ਸੁੱਖ ਮੰਗਣ ਨਾਲੋਂ ਸੋਵੇ ਜੀਆ ਆਪਣਾ ਕੀਆ ਆਖ ਕੇ ਮਨ ਨੂੰ ਤਸੱਲੀ ਕਰਾਉਣੀ ਹੀ ਯੋਗ ਹੈ ਜੀ। ਭਾਵ ਸੁੱਖ ਅਤੇ ਦੁੱਖ ਵਿੱਚ ਸਾਨੂੰ ਉਸ ਪਰਮੇਸ਼ਰ ਦੀ ਰਜ਼ਾ ਸਮਝ ਲੈਣੀ ਚਾਹੀਦੀ ਹੈ ਜੀ, ਕਿ ਇਹ ਵੀ ਉਸ ਦਾ ਹੀ ਦਿੱਤਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਵਿੱਚ ਅਜਿਹਾ ਕਿਹੜਾ ਵਿਅਕਤੀ ਹੈ ਜੋ ਜੀਵਨ ਭਰ ਸੁਖਦਾਈ ਜੀਵਨ ਬਿਤਾਉਣ ਲਈ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਸੰਕਲਪ ਨਹੀਂ ਕਰਦਾ ਜੀ। ਪਰ ਦੁੱਖ ਸੁੱਖ ਆਪਣੇ ਵੱਸ ਦੀ ਗੱਲ ਨਹੀਂ, ਇਹ ਤਾਂ ਸਾਡੇ ਆਪਣੇ ਕੀਤੇ ਗੁਨਾਹ, ਪੂਰਬਲੇ ਜਨਮਾਂ ਵਿੱਚ ਕੀਤੇ ਕਰਮਾਂ ਦੀ ਖੇਡ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਸਰੀਰਧਾਰੀ ਹੋਣ ਕਰਕੇ ਨਿਤ ਸਰੀਰਕ ਸੁੱਖਾਂ ਨਾਲ ਆਪਣੀ ਸਾਂਝ ਬਣਾਈ ਰੱਖਦਾ ਹੈ ਜੀ, ਅਤੇ ਇਸ ਦੀ ਬੁੱਧੀ ਵੀ ਸਰੀਰਕ ਸੁੱਖਾਂ ਤੱਕ ਹੀ ਸੀਮਤ ਰਹਿੰਦੀ ਹੈ ਜੀ। ਇਸ ਲਈ ਇਹ ਮਾਨਸਿਕ ਅਤੇ ਆਤਮਿਕ ਸੁੱਖਾਂ ਦੀਆਂ ਕੀਮਤਾਂ ਕਦਰਾਂ ਤੋਂ ਅਣਜਾਣ ਨਹੀਂ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੁੱਖਾਂ ਦੀ ਉਤਪਤੀ ਅਤੇ ਵਿਨਾਸ਼ ਦਾ ਗਿਆਨ ਗੁਰਸ਼ਬਦ ਗੁਰਬਾਣੀ ਦਾ ਅਧਿਐਨ ਕੀਤੇ ਬਿਨਾਂ ਹਾਸਲ ਨਹੀਂ ਹੋ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਬਾਹਰ ਭਰਮਣ ਅਤੇ ਭਟਕਣ ਦੀ ਥਾਂ ਹਿਰਦੇ ਅੰਦਰ ਪਰਮੇਸ਼ਰ ਨੂੰ ਯਾਦ ਕਰਨ ਦੀ ਨਿਰਮਲ ਸੇਧ ਦਿੱਤੇ ਹੈ। ਭੂਲੇ ਸਿੱਖ ਗੁਰ ਸਮਝਾਏ, ਉਜੜ ਜਾਦੇ ਮਾਰਗ ਪਾਏ। ਇਹ ਗੁਰੂ ਦਾ ਬਿਰਧ ਹੈ। ਬਖਸ਼ਿੰਦ ਗੁਰੂ ਦੀ ਸਮਰੱਥਾ ਉੱਤੇ ਸਿੱਖ ਨੂੰ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ। ਭਾਵ ਉਸ ਦੇ ਭਾਣੇ ਨੂੰ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ, ਪਰ ਅਸੀਂ ਡੋਲ ਜਾਂਦੇ ਹਾਂ ਜੀ। ਸਦਾ ਮਾਣ ਕਰਨਾ ਚਾਹੀਦਾ ਹੈ ਜੀ। ਕਈ ਮਨਮੁਖ ਗੁਰਸ਼ਬਦ ਗੁਰਬਾਣੀ ਦਾ ਦਰ ਛੱਡ ਕੇ ਗਰਭ ਵਿੱਚ ਗਲ ਰਹੇ ਹਨ ਜੀ। ਭਾਵ ਆਪਣੇ ਵਿਕਾਰਾਂ ਵਿੱਚ ਫਸ ਕੇ ਉਹਨਾਂ ਵਿੱਚ ਫਸੇ ਰਹਿੰਦੇ ਹਨ ਅਤੇ ਆਪਣਾ ਅਮੋਲਕ ਜਨਮ ਉਹਨਾਂ ਵਿਕਾਰਾਂ ਵਿੱਚ ਹੀ ਬਰਬਾਦ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ
ਕਿ ਸਤਿਗੁਰਾਂ ਦੀ ਪਾਠਸ਼ਾਲਾ ਵਿੱਚ ਭਾਵ ਗੁਰਸ਼ਬਦ ਗੁਰਬਾਣੀ ਗੁਰਮਤ ਅਪਣਾ ਕੇ ਜੋ ਸਬਕ ਸਿਖਾਇਆ ਜਾਂਦਾ ਹੈ ਉਹ ਇਹ ਹੈ ਕਿ ਸਿੱਖ ਧਰਤੀ ਵਾਂਗੂ ਨਿਮਰਤਾ, ਸਹਿਨਸ਼ੀਲਤਾ, ਨਿਆਂ, ਖਿਮਾ, ਪਰਉਪਕਾਰ ਤੇ ਦੁੱਖ ਸੁੱਖ ਨੂੰ ਸਮਝਰ ਜਾਣੇ ਜੀ। ਫਿਰ ਗੁਰਮਤ ਦੇ ਜੀਵਨ ਦਾ ਧਾਰਨ ਕਰਨ ਦਾ ਅਸਲੀ ਸੁੱਖ ਦੁੱਖ ਦੀ ਸਮਝ ਆਉਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।